गौड़ी पूर्वी रविदास जियो एक ओंकार सतगुर प्रसाद। कूप पर्यो जैसे दादरा, कुछ देश विदेश न बूझ। ऐसे मेरा मन बिख्या बेमोहया, कुछ आरा पर न सूझ। सगल पवन के नायका, एक क्षण दर्श दिखाए जी रहो। मलन पई मत माधवा, तेरी गत लखी ना जाए। करो कृपा प्रम चुकई, मैं सुमत दे समझाए। जोगी सर पावे नहीं, तो गुण कथन अपार। प्रेम भगत के कारणे, कहो रविदास चमार। जोगी सर पावे नहीं, तो गुण कथन अपार। प्रेम भगत के कारणे, कहो रविदास चमार। ये शब्द श्री गुरु ग्रंथ साहिब जी दे राग गौड़ी ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉਚਾਰਿਆ ਹੋਇਆ ਅਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 346 ਉੱਤੇ ਸੁਸ਼ੋਭਿਤ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸ ਮਨ ਨੂੰ ਸਮਝਾਉਣ ਲਈ, ਇਸ ਜੀਵ ਨੂੰ ਦੱਸਣ ਲਈ ਇਹ ਸ਼ਬਦ ਦੇ ਵਿੱਚ ਕਹਿ ਰਹੇ ਆ ਕਿ ਜਿੱਥੇ ਜੀਵ ਬੈਠਾ ਹੈ, ਜਿੱਥੇ ਪ੍ਰਾਣੀ ਪੈਦਾ ਹੁੰਦਾ ਹੈ, ਉਹਨੂੰ ਦੇਸ਼ ਤੇ ਵਿਦੇਸ਼ ਭੁੱਲ ਜਾਂਦਾ ਹੈ। ਉਹ ਕਹਿੰਦਾ ਜੋ ਹੈ ਸਭ ਕੁਝ ਇੱਥੇ ਹੀ ਹੈ, ਇਸ ਤੋਂ ਬਾਹਰ ਕੁਛ ਨਹੀਂ ਹੈ। ਸੋ ਉਹਦੀ ਮੱਤ ਜਿਹੜੀ ਹੈ ਉਹ ਇੰਨੀ ਸੀਮਤ ਹੋ ਜਾਂਦੀ ਹੈ ਕਿ ਉਸ ਨੂੰ ਆਸ-ਪਾਸ ਦਾ ਕੁਛ ਵੀ ਗਿਆਨ ਨਹੀਂ ਆਉਂਦਾ। ਇੰਨਾ ਕੁ ਸੌੜੀ ਮੱਤ ਦੇ ਵਿੱਚ ਹੋ ਜਾਂਦਾ ਕਿ ਉਸ ਨੂੰ ਵਿਸ਼ੇ ਵਿਕਾਰਾਂ ਦੇ ਤੋਂ ਵੇਲ ਨਹੀਂ ਮਿਲਦਾ। ਸੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਸ ਪਰਮਾਤਮਾ ਦੇ ਜਿੱਥੇ ਗੁਣਾਂ ਨੂੰ ਬਿਆਨ ਕਰਦੇ ਆ, ਉੱਥੇ ਜੀਵ ਦੀ ਵੀ ਹਾਲਤ ਨੂੰ ਇਸ ਸ਼ਬਦ ਦੇ ਵਿੱਚ ਦੱਸ ਰਹੇ ਹੈ ਕਿ ਜੀਵ ਦੀ ਜਿਹੜੀ ਮਨ ਦੀ ਅਵਸਥਾ ਹੈ ਉਹ ਕਿਹੋ ਜਿਹੀ ਹੈ। ਕੂਪ ਭਰਿਓ ਜੈਸੇ ਦਾਦਰਾ, ਕੁਛ ਦੇਸ਼ ਵਿਦੇਸ਼ ਨਾ ਬੂਝ। ਕਹਿੰਦੇ ਜਿਵੇਂ ਇੱਕ ਡੱਡੂ ਜਿਹੜਾ ਉਹ ਖੂਹ ਦੇ ਵਿੱਚ ਹੈ, ਉਹ ਖੂਹ ਦੇ ਵਿੱਚੋਂ ਛਾਲ ਉੱਪਰ ਨੂੰ ਮਾਰਦਾ ਫਿਰ ਗਿਰ ਜਾਂਦਾ। ਉਹਨੂੰ ਇਹ ਲੱਗਦਾ ਕਿ ਦੁਨੀਆ ਬਸ ਏਡੀ ਕੀ ਹੈ। ਉਸ ਖੂਹ ਦੇ ਵਿੱਚ ਹੀ ਉਸ ਨੂੰ ਸਾਰੀ ਦੁਨੀਆ ਲੱਗ ਰਹੀ ਹੈ। ਉਹ ਕਹਿੰਦੇ ਜੀਵ ਦਾ ਵੀ ਹਾਲ ਇਹੋ ਜਿਹਾ ਹੋਇਆ। ਜਿਸ ਘਰ ਦੇ ਵਿੱਚ ਜਨਮ ਲੈਂਦਾ ਉੱਥੇ ਕੀ ਉਹ ਸੀਮਤ ਹੋ ਜਾਂਦਾ। ਉਹਨੂੰ ਆਸ-ਪਾਸ ਦਾ ਕੋਈ ਧਿਆਨ ਨਹੀਂ ਰਹਿੰਦਾ ਕਿ ਦੁਨੀਆ ਤਾਂ ਉਸਨੇ ਬਹੁਤ ਵੱਡੀ ਬਣਾਈ ਹੋਈ ਹੈ। ਬਾਹਰ ਨਿਕਲ ਕੇ ਦੇਖੀਏ, ਕੁਛ ਗਿਆਨ ਪ੍ਰਾਪਤ ਕਰੀਏ ਤਾਂ ਕਿ ਇਹ ਮੋਹ ਮਾਇਆ ਤੋਂ ਬਾਹਰ ਨਿਕਲਾਂਗੇ ਫਿਰ ਹੀ ਸਾਨੂੰ ਪਤਾ ਲੱਗਣਾ। ਨਹੀਂ ਤਾਂ ਸਾਡਾ ਹਾਲ ਵੀ ਉਸ ਡੱਡੂ ਵਰਗਾ ਹੈ ਜਿਹੜਾ ਖੂਹ ਦੇ ਵਿੱਚ ਬਾਹਰ ਆਉਂਦਾ ਫਿਰ ਚਲੇ ਜਾਂਦਾ, ਉੱਥੇ ਨਿਕਲਦਾ ਆਉਂਦਾ। ਸੋ ਇੰਨਾ ਕੁ ਅਸੀਂ ਅੱਜ ਨੂੰ ਦੇਸ਼ ਤੇ ਵਿਦੇਸ਼ ਸਾਰਾ ਇੰਨਾ ਕੁ ਦੁਨੀਆ ਸਮਝਦੇ ਹਾਂ। ਐਸੇ ਮੇਰਾ ਮਨ ਵਿਖਿਆ ਬੇਮੋਹਿਆ, ਕੁਛ ਆਰਾ ਪਾਰ ਨਾ ਸੂਝ। ਇਸ ਤਰ੍ਹਾਂ ਹੀ ਮੇਰੇ ਮਨ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿ ਰਹੇ ਹੈ, ਇਹਨਾਂ ਵਿਸ਼ਿਆਂ ਵਿਕਾਰਾਂ ਨੇ ਮੋਹ ਲਿਆ ਹੈ, ਇਸ ਮਾਇਆ ਨੇ ਮੋਹ ਲਿਆ ਹੈ। ਮੈਨੂੰ ਕੁਛ ਵੀ ਪਤਾ ਨਹੀਂ ਲੱਗਦਾ ਕਿ ਇਸ ਬੰਨੇ ਕੀ ਹੈ ਅਤੇ ਪਾਰਲੇ ਬੰਨੇ ਕੀ ਹੈ, ਕਿਉਂਕਿ ਅਸੀਂ ਪਾਰ ਜਾਣਾ ਹੈ ਸਮੁੰਦਰ ਤੋਂ ਤੇ ਅਸੀਂ ਤਾਂ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ। ਸਾਡਾ ਮਨ ਜਿਹੜਾ ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਮਸਤ ਹੋ ਗਿਆ। ਅਸੀਂ ਤਾਂ ਧੀਆਂ ਪੁੱਤਰਾਂ ਤੱਕ ਹੀ ਸੀਮਤ ਹੋ ਗਏ। ਧਨ ਦਾਰਾ ਸੰਪਤ ਸਗਲ, ਜਿਨ ਆਪਣੇ ਕਰ ਜਾਨ, ਇਨਮੇ ਕੁਛ ਸੰਗੀ ਨਹੀਂ, ਨਾਨਕ ਸਾਚੀ ਮਾਨ। ਇਹ ਜਿਹੜਾ ਤਨ ਹੈ, ਇਹ ਤਨ ਹੈ, ਸੰਗੀ ਸਾਥੀ ਹੈ, ਜਨਾਨੀ ਹੈ, ਬੱਚੇ ਹੈ, ਇਹਨਾਂ ਚੋਂ ਕਹਿੰਦੇ ਕੋਈ ਵੀ ਤੇਰਾ ਸਾਥੀ ਨਹੀਂ ਹੈ। ਇਹਨਾਂ ਨੂੰ ਆਪਣਾ ਨਾ ਸਮਝ। ਇਨਮੇ ਕੁਛ ਤੇਰੋ ਨਹੀਂ, ਨਾਨਕ ਸਾਚੀ ਜਾਨ। ਤੇਰਾ ਕੋਈ ਨਹੀਂ ਹੈ, ਤੇਰੇ ਨਾਲ ਕਿਸੇ ਨੇ ਜਾਣਾ। ਇਸੇ ਤਰ੍ਹਾਂ ਮਨ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਦੇ ਸ਼ਬਦ ਦੇ ਵਿੱਚ ਮਨ ਦੀ ਅਵਸਥਾ ਦੱਸ ਰਿਹਾ ਹੈ ਕਿ ਵਿਸ਼ਿਆਂ ਵਿਕਾਰਾਂ ਦੇ ਵਿੱਚ ਜਿਹੜੇ ਪੈ ਗਏ ਆ ਕੇ, ਜਿਹੜੇ ਮਿਰਗ ਮੀਨ ਭਰਿੰਗ ਪਤੰਗ ਕੁੰਚਰ ਇੱਕ ਦੋਖ ਬਨਾਸ,
पंच दोख साध जामै ताकि केत कास, माधो अविद्या हित कीन विवेक दीप मलीन। ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਸ਼ਿਆਂ ਦੇ ਵਿੱਚ ਪੈ ਗਏ, ਉਹਨਾਂ ਦੀ ਤਾਂ ਮੱਤ ਕਹਿੰਦੇ ਮੈਲੀ ਹੋ ਗਈ। ਉਹਨਾਂ ਨੂੰ ਇਹ ਗਿਆਨ ਹੀ ਨਹੀਂ ਹੈ ਕਿ ਦੁਨੀਆ ਤਾਂ ਛੱਡ ਕੇ ਜਾਣੀ ਹੈ। ਇੱਥੋਂ ਸਿਵਾਏ ਉਸ ਪਰਮਾਤਮਾ ਦੇ ਨਾਮ ਦੇ ਕੁਛ ਵੀ ਨਾਲ ਜਾਣ ਵਾਲਾ ਨਹੀਂ ਹੈ, ਸਿਵਾਏ ਸੱਚ ਦੇ ਕੁਛ ਵੀ ਨਾਲ ਜਾਣ ਵਾਲਾ ਨਹੀਂ ਹੈ। ਸੱਚ ਦੇ ਮਾਰਗ ਤੇ ਜਿਹੜੇ ਚੱਲਦੇ ਹੈ ਉਹਨਾਂ ਦਾ ਹੀ ਦੁਨੀਆ ਤੇ ਨਾਮ ਰਹਿੰਦਾ ਹੈ, ਦੂਸਰਿਆਂ ਦਾ ਕਿਸੇ ਦਾ ਨਾਮ ਨਹੀਂ ਰਹਿੰਦਾ। ਸੋ ਇਹ ਮਨ ਜਿਹੜਾ ਕਹਿੰਦੇ ਮੇਰਾ ਤਾਂ ਵਿਸ਼ਿਆਂ ਬੇਕਾਰਾਂ ਦੇ ਵਿੱਚ ਫਸਿਆ ਪਿਆ ਹੈ, ਮੈਨੂੰ ਤਾਂ ਕੁਛ ਵੀ ਪਤਾ ਨਹੀਂ ਲੱਗਦਾ ਕਿ ਉਸ ਪਾਰ ਕੀ ਹੈ, ਇਸ ਪਾਰ ਕੀ ਹੈ। ਕਿਉਂਕਿ ਇਹ ਜਿਹੜੇ ਸਾਨੂੰ ਗਿਆਨ ਹੈ ਵੇਦਾਂ ਦਾ, ਸ਼ਸਤਰਾਂ ਦਾ, ਉਹਦੇ ਵਿੱਚ ਵੀ ਕਈ ਜਗ੍ਹਾ ਸਾਨੂੰ ਦੋ ਚਿੱਤੀ ਚ ਪਾਇਆ ਹੋਇਆ ਹੈ ਕਿ ਤੁਸੀਂ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ। ਕਰਮ ਕਾਂਡ ਜਿਹੜੇ ਹੈ, ਇਹ ਕਰਮ ਕਾਂਡ ਬੰਦੇ ਨੂੰ ਸਮਝ ਨਹੀਂ ਲੱਗਣ ਦਿੰਦੇ ਕਿ ਅਸਲੀ ਜਿਹੜਾ ਰਸਤਾ ਕਿਹੜਾ ਹੈ। ਕਿਉਂਕਿ ਕਰਮ ਕਾਂਡਾਂ ਦੀ ਤਾਂ ਲੋੜ ਹੀ ਹੈ ਨਹੀਂ ਕੋਈ। ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਕਹਿੰਦੇ ਦੁਨੀਆ ਦੇ ਮਾਲਕ, ਦੁਨੀਆ ਦੇ ਹੀਰੋ, ਜਿਹੜੇ ਦੁਨੀਆ ਦਾ ਰਚੇਤਾ ਕਰਤਾ ਹੈ, ਕਹਿੰਦੇ ਤੁਸੀਂ ਮੈਨੂੰ ਇੱਕ ਛਿਨ ਜਿੰਨੇ ਦਰਸ਼ਨ ਦਿਖਾ ਦਿਓ। ਕਿਉਂਕਿ ਇਹ ਮੇਰਾ ਜਨਮ ਜਿਹੜਾ ਹੈ, ਕਈ ਜਨਮ ਮੈਂ ਤੇਰੇ ਤੋਂ ਵਿਛੜ ਚੁੱਕਾ ਹੈ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ, ਇਹ ਜਨਮ ਮੈਂ ਤੇਰੇ ਉੱਤੋਂ ਕੁਰਬਾਨ ਕਰ ਦੇਣਾ ਚਾਹੁੰਦਾ। ਮੈਨੂੰ ਇੱਕ ਛਿਨ ਲਈ ਦਰਸ਼ਨ ਦਿਓ। ਤੁਸੀਂ ਸਾਰੇ ਸਗਲ ਭਵਨਾਂ ਦੇ ਨਾਇਕ ਹੋ, ਮਾਤ ਲੋਕ ਦੇ ਵੀ, ਪਤਾਲ ਲੋਕ ਦੇ ਵੀ, ਆਕਾਸ਼ ਲੋਕ ਦੇ ਵੀ। ਤੁਸੀਂ ਤਿੰਨਾਂ ਭਵਨਾਂ ਦੇ ਸਗਲ ਨਾਇਕ ਹੋ, ਸਾਰੇ ਭਵਨਾਂ ਦਾ ਤੁਸੀਂ ਗਿਆਤਾ ਹੋ, ਰਚੇਤਾ ਹੋ, ਰਚਣ ਵਾਲੇ ਹੋ। ਮੈਨੂੰ ਇੱਕ ਛਿਨ ਜਿੰਨੇ ਮਹਾਰਾਜ ਜੀ ਦਰਸ਼ਨ ਦਿਖਾਓ। ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ। ਮੇਰੀ ਤਾਂ ਕਹਿੰਦੇ ਜਿਹੜੀ ਮਤ ਹੈ ਉਹ ਮਲੀਨ ਹੋ ਚੁੱਕੀ ਹੈ। ਉਹ ਵਿਕਾਰਾਂ ਨਾਲ ਜਿਹੜਾ ਤ੍ਰਿਸ਼ਨਾ, ਇਛਾਵਾਂ, ਉਹ ਇੰਨੀਆਂ ਕੁ ਹਨ ਕਿ ਮੇਰੀ ਮਤ ਜਿਹੜੀ ਹੈ ਉਹ ਮਲੀਨ ਹੋ ਗਈ ਹੈ। ਮੈਨੂੰ ਗਿਆਨ ਹੀ ਕੋਈ ਨਹੀਂ ਰਿਹਾ। ਕਿਉਂਕਿ ਇਹ ਜਿਹੜੇ ਮੋਹ ਮਾਇਆ ਦਾ ਤਾਂਡਵ ਹੈ, ਇਹ ਤਾਂ ਬੰਦੇ ਨੂੰ ਗ੍ਰਸਤ ਦੇ ਵਿੱਚ ਜਾਂ ਇਸ ਜੰਜਾਲ ਦੇ ਵਿੱਚ ਫਸ ਜਾਂਦਾ। ਜਿਹੜਾ ਉਹਦੀ ਮਤ ਜਿਹੜੀ ਹੈ ਪਰਮਾਤਮਾ ਦੀ ਕਿਰਪਾ ਨਾਲ ਹੀ ਉੱਚੀ ਹੋ ਸਕਦੀ ਹੈ। ਇਸ ਜੰਜਾਲ ਚੋਂ ਤਾਂ ਹੀ ਛੁੱਟ ਸਕਦਾ ਹੈ। ਤੇਰੀ ਗਤ ਲਿਖੀ ਨਾ ਜਾਏ ਜੀਓ। ਤੇਰੀ ਜਿਹੜੀ ਅਵਸਥਾ ਹੈ, ਤੇਰੀ ਜਿਹੜੀ ਮਹਿਮਾ ਹੈ, ਉਹ ਤਾਂ ਲਿਖੀ ਨਹੀਂ ਜਾ ਸਕਦੀ। ਤੇਰੇ ਗੁਣਗਾਨ ਕੀਤੇ ਨਹੀਂ ਜਾ ਸਕਦੇ। ਮੇਰੀ ਮਤ ਹੀ ਨਹੀਂ ਹੈ, ਮਤ ਮਲੀਨ ਹੋ ਚੁੱਕੀ ਹੈ। ਮੈਨੂੰ ਤਾਂ ਮੈਂ ਮੇਰੀ ਨੇ ਮਾਰਿਆ ਹੋਇਆ ਹੈ। ਕਰੋ ਕਿਰਪਾ ਭਰਮ ਚੁੱਕਈ, ਮੈਂ ਸੁਮਤ ਦੇ ਸਮਝਾਏ। ਕਹਿੰਦੇ ਹੈ ਸਤਿਗੁਰੂ ਜੀ, ਮੈਨੂੰ ਭਰਮ ਭੁਲੇਖਾ ਮੇਰਾ ਦੂਰ ਕਰੋ। ਮੈਨੂੰ ਐਸੀ ਮਤ ਬਖਸ਼ੋ ਕਿ ਮੈਨੂੰ ਇਹ ਜਿਹੜਾ ਦੋ ਚਿੱਤੀ ਹੈ ਕਿ ਇੱਥੇ ਰਹਿਣਾ ਹੈ ਕਿ ਜਾਣਾ ਹੈ, ਇਹ ਦੂਰ ਹੋ ਜਾਵੇ। ਜੀਵ ਆਮ ਤੌਰ ਤੇ ਅਸੀਂ ਬਹੁਤਾਤ ਦੇ ਵਿੱਚ ਕਹਿ ਸਕਦੇ ਹਾਂ ਕਿ ਇਸ ਮੋਹ ਮਾਇਆ ਨੂੰ ਹੀ ਪਿਆਰ ਕਰਦੇ ਹੈ। ਜਿਹੜੇ ਉਸ ਦੇ ਸੇਵਕ ਹੈ, ਜਿਹੜੇ ਉਸ ਦੇ ਭਗਤ ਹੈ, ਉਹ ਮੋਹ ਮਾਇਆ ਤੋਂ ਦੂਰ ਹੋ ਜਾਂਦੇ ਹੈ। ਇਸੇ ਕਰਕੇ ਪੰਜਵੇਂ ਪਾਤਸ਼ਾਹ ਨੇ ਕਿਹਾ ਕਿ ਰਵਿਦਾਸ ਢਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗ, ਤਿੰਨ ਹਰ ਦਰਸ਼ਨ ਪਾਇਆ। ਸਤਿਗੁਰੂ ਰਵਿਦਾਸ ਮਹਾਰਾਜ ਜੀ ਇਸ ਮੋਹ ਮਾਇਆ ਤੋਂ ਦੂਰ ਹੋ ਗਏ। ਉਹੋ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਕੁੱਲ ਦੇ ਵਿੱਚ ਪੈਦਾ ਹੋਏ, ਜਿਹੜੇ ਚਮੜੇ ਦਾ ਜਾਂ ਆਪਣੇ ਕੰਮ ਕਰਦੇ ਸੀ, ਡੰਗਰ ਢੋਣ ਦਾ ਕੰਮ ਕਰਦੇ ਸੀ। ਕਹਿੰਦੇ ਉਹਨਾਂ ਨੇ ਐਸਾ ਪ੍ਰੀਤ ਲਾਈ, ਐਸੀ ਮੋਹ ਮਾਇਆ ਤਿਆਗੀ ਕਿ ਗੁਰੂ ਮਹਾਰਾਜ ਪਰਮਾਤਮਾ ਦੇ ਦਰਸ਼ਨ ਪਾਏ। ਸੋ ਉਹਦੀ ਕਿਰਪਾ ਜੇ ਜੀਵ ਤੇ ਹੋਵੇਗੀ ਤਾਂ ਉਹਨੂੰ ਇਹ ਭਰਮ ਦੂਰ ਹੋਣਾ। ਕਿਉਂਕਿ ਭਾਦੋਂ ਭਰਮ ਭਲਾਣੀਆਂ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਨਸਸੀ, ਤਿਤ ਬਿਰਲੇ ਕੈਸਨ ਪ੍ਰੇਤ। ਪਕੜ ਚਲਾਏ ਦੂਤ ਜਮ, ਕਿਸੇ ਨਾ ਦੇਣੀ ਭੇਤ। ਕਹਿੰਦੇ ਤੈਨੂੰ ਪਤਾ ਵੀ ਨਹੀਂ ਲੱਗਣਾ। ਜਦੋਂ ਤੇਰੇ ਪ੍ਰਾਣ ਛੁੱਟ ਗਏ ਉਸ ਵੇਲੇ ਤਾਂ ਤੈਨੂੰ ਭੂਤ ਭੂਤ ਕਹਿਣਾ। ਘਰ ਕੀ ਨਾਰ ਬਹੁਤ ਹਿੱਤ ਲੱਗੀ, ਉਹ ਤੋਂ ਭੂਤ ਭੂਤ ਕਰ ਪਾਗੀ। ਸੋ ਜੇਕਰ ਸਾਨੂੰ ਸੋਝੀ ਆ ਗਈ, ਉਸ ਦੀ ਪਰਮਾਤਮਾ ਦੀ ਕਿਰਪਾ ਹੋ ਗਈ, ਤਾਂ ਹੀ ਸਾਡੀ ਮਤ ਜਿਹੜੀ ਹੈ ਉਹ ਸਾਨੂੰ ਪਤਾ ਲੱਗ ਸਕਦਾ ਕਿ ਪਰਮਾਤਮਾ ਦਾ ਜਿਹੜਾ ਨਾਮ ਉੱਤਮ ਹੈ। ਨਹੀਂ ਤਾਂ ਸਾਨੂੰ ਇਹ ਲੱਗਦਾ ਕਿ ਮੋਹ ਮਾਇਆ ਹੀ ਸੱਚੀ ਹੈ। ਇਹ ਦੁਨੀਆ ਜਿਹੜੀ ਹੈ ਮੋਹ ਮਾਇਆ ਤੱਕ ਹੀ ਸੀਮਤ ਹੈ। ਪਰ ਜਿਨ੍ਹਾਂ ਨੇ ਇਸ ਮੋਹ ਮਾਇਆ ਨੂੰ ਤਿਆਗਿਆ ਉਹ ਦੁਨੀਆ ਤੇ ਸਦਾ ਲਈ ਅਮਰ ਹੋ ਗਏ। ਇਸੇ ਕਰਕੇ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਵੀ
परमात्मा के नाम का सिमरन किया, उन्हों का कभी दुनिया तो नाम नहीं मिटता, क्योंकि मन जीते जगजीत, वो लोगों के मनां के उत्ते राज करते। फिर उन्होंने अपने मन को जित्या तो दूसरों के मन ते राज हो रहा। इसे करके गुरुआं का, भगतों का, फकीरां का, पीरां का जिहड़ी खलकत है वो नाम जपदी है। इस करके सतगुरु रविदास महाराज जी समझा रहे हैं, करो किरपा भ्रम चुकी, मैं सो मत दे समझाए। मैनू मत दो, मैनू ये समझ आ जाए कि ये जिहड़े भरम भुलेखा है ये मेरा दूर हो जाए। जोगी सर पावे नहीं तो गुण कथना पार। कहते बड़े बड़े तपीश्वर जोगी तेरा कोई अंत ही नहीं पा सके, तेरे गुणों को बख्यान नहीं कर सके, क्योंकि जिसने भी तेरे विच रल जाना वह तो मुड़ के नाम ही नहीं रहिंदा, क्योंकि वो अलग नहीं है। वो तो तेरी जोत दे विच जदों जोत रल जाती है तो फिर दुनिया ते उन्हां दा नाम अमर हो जाता है, जिहड़े परमात्मा का नाम इत्थे सिमर के अपना जन्म मरण कट के जाते हैं। पर जेकर कहिए कि कोई उहदे गुणां दा बख्यान कर सकता, कोई भी नहीं कर सकता। जैसा तू तैसा तू ही, क्या उपमा कीजिए। तेरी कहंदे उपमा मेरे करन दे नाल तां तू बड़ा नहीं हो सकता, पर यह जरूर है कि जीव तेरी उपमा करे तो जीव बड़ा हो सकता है, पर जीव की उपमा करन दे नाल तेरा नाम जिहड़ा बड़ा नहीं, क्योंकि तू तो है ही इन्ना बड़ा कि जिन्हों जोगी सर्वे बख्यान जड़े जोगियां दे जोगी जड़े है वो भी नहीं बख्यान कर सकते। सो तेरा नाम की उपमा जड़ी है वो तू ही जानता है। जहाँ जहाँ जाओ तहाँ तेरी सेवा, तुमसे उठा कर और न देवा, तुमरे भजन कटे जम फंसा, भगत हेत गावे रविदासा। जिथे जिथे भी चले जाओ परमात्मा के नाम का जिक्र हो रहा, नाम लिया जा रहा, पर तेरे नाम दे जिन्होंने लीन होए है उन्हों का दुनिया ते नाम सदा ले रोशन हो जाता। प्रेम भगत के कारणे कहो रविदास चमार। कहते रविदास चमार भी तेरी भगती तेरे गुणा नूं गा के ये जीवन सफल करना चाहता, प्रेम भगती चाहता है। असली जिहड़ी श्री गुरु ग्रंथ साहब की विचारधारा है वो प्रेम भगती ते खड़ी है, क्योंकि जिसने प्रेम करना है उसने ही उसका दीदार पाना है। सो प्रेम भी उही कर सकता जिन्हें दुनिया का मोह माया छड्डनी है, क्योंकि प्रेम एक नहीं होना, चाहे जग नूं रख लो चाहे रब नूं रख लो। सो जीव जिहड़ा जदों उस प्रेम दे विच उस इश्क दे विच परमात्मा दे नाल जुड़ जाऊगा फिर दुनिया ते सदा लई आनंदित हो जाता, अमर हो जाता। सो इसे करके सतगुरु रविदास महाराज जी कह रहे हैं कि तेरे नाम दी गुणगान करके मैं भी अपना जीवन की बाजी जिहड़ी है वो कामयाब करके जाना है। सो मैनू एक क्षण लई दर्शन दिओ, क्योंकि तेरा नाम ही सब तो उत्तम है। हम सरदीन दयाल न तुम सर, अब पत्यार क्या कीजिए। हुण कहंदे लोड़ की है कि तेनू परखण दी, तेरे जिड्डा तो अजे तक कोई दयालु नहीं पैदा होया ते मेरे जिड्डा कोई गरीब है नहीं। हम सरदीन दयाल न तुम सर, अब पत्यार क्या कीजिए। बचने तोर मोर मन माने, जन को पूरन दीजिए। जे कहंदे मेरा मन तेरे बचनों के उत्ते टिक जाए तो फिर इस तो बड़ी कोई गल नहीं। सो परमात्मा का नाम जपण लई जीव नूं ये जन्म मिलिया है। ये जन्म जिहड़ा है बहुत औखा मिलता है। सतगुरु रविदास महाराज जी कह रहे हैं कि दुर्लभ जन्म पुण्य फल पायो, बिरथा जात भविक। कहंदे कोई तैं बहुत चंगे काम कीते सी, तैनूं ये जन्म मिल गया, पर हुण ये बिरथा जा रहा, उसदे नाम दे बिना ये बिरथा जा रहा। तैनूं ज्ञान ही नहीं है कि इस स्वासां दी पूंजी दे नाल बनज किहड़ा करना है। सो बनज जिहड़ा करना है वो इत्थों नाम दा करके जाना है, क्योंकि जेकर तुसीं इत्थे परमात्मा ने भेजिया जीव नूं तो इस करके ही भेजिया कि अपना आउण जाण जिहड़ा खत्म हो जाए, उस दे नाम दे विच जिहड़े जुड़नगे उन्हां दा ही आउण जाण खत्म होना। नहीं तो ये जन्मां जन्मां दे विजोग जिहड़े लगने, जन्मां दे विजोग दा मतलब ही इहो है कि तैनूं जमां दे बस पैना पैना। पहला जन्म लेगा फिर मरेगा, फिर जन्म लेगा फिर मरेगा। सो इस जन्म मरण के चक्कर नूं खत्म कर ले भगती लहर ने चौथा पद इसे करके किया कि चौथा पद जिहड़ा तमो गुणों रजो तमो गुणों
ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਜਿਹੜਾ ਪਦ ਹੈ ਉਹ ਨਿਰਵਾਣ ਦਾ ਪਦ ਹੈ। ਸੋ ਇਸੇ ਜੀਵਨ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਮੁਕਤੀ ਪ੍ਰਾਪਤ ਕਰਨਾ ਹੀ ਚੌਥਾ ਪਦ ਹੈ। ਨਹੀਂ ਤਾਂ ਇਸ ਦੁਨੀਆ ਦੇ ਵਿੱਚ ਮੋਹ ਮਾਇਆ ਦੇ ਵਿੱਚ ਹੀ ਲਿਪਤ ਬੰਦੇ ਹੋ ਜਾਂਦੇ ਹੈ, ਕੋਈ ਕਿਸੇ ਕੰਮ ਦੇ ਵਿੱਚ, ਕੋਈ ਕਿਸੇ ਕੰਮ ਦੇ ਵਿੱਚ। ਲੇਕਿਨ ਜਿਨ੍ਹਾਂ ਨੇ ਨਾਮ ਜਪਿਆ ਉਹ ਬਹੁਤ ਘੱਟ ਹੁੰਦੇ, ਉਹ ਬਿਰਲੇ ਹੁੰਦੇ ਹੈ, ਉਹ ਕਦੇ ਵੀ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਆਏ, ਕਿਉਂਕਿ ਇਹ ਨਾਮ ਦਾ ਰਸਤਾ ਜਿਹੜਾ ਹੈ ਇਹ ਬੜਾ ਔਖਾ ਰਸਤਾ ਹੈ, ਇਹ ਘਾਟੀ ਬਹੁਤ ਔਖੀ ਹੈ। ਇਸ ਕਰਕੇ ਜੇਕਰ ਨਾਮ ਦਾ ਵਣਜ ਕਰਨਾ ਹੈ ਤੇ ਫਿਰ ਜਿਹੜਾ ਉਸ ਦੇ ਨਾਮ ਦਾ ਬੀਜ ਇਸ ਖੇਤ ਦੇ ਵਿੱਚ ਪਾ ਕੇ ਸਾਨੂੰ ਆਪਣਾ ਲਾਹਾ ਲੈਣਾ ਚਾਹੀਦਾ ਕਿ ਇਸ ਤਨ ਦੇ ਹੁੰਦਿਆਂ ਅਸੀਂ ਉਸ ਦੇ ਨਾਮ ਦੇ ਵਿੱਚ ਲੀਨ ਹੋ ਜਾਈਏ, ਇਸ ਸਵਾਸਾਂ ਦੀ ਪੂੰਜੀ ਨੂੰ ਉਹਦੇ ਨਾਮ ਦੇ ਵਿੱਚ ਲੁਟਾ ਦਈਏ, ਸੌਦਾ ਜਿਹੜਾ ਨਾਮ ਦਾ ਕਰ ਲਈਏ। ਕਿਉਂਕਿ ਜੋ ਦੁਨੀਆ ਤੇ ਸੌਦਾ ਕਰਨ ਲਈ ਆਏ ਹੈ ਉਹ ਇਹੋ ਹੀ ਹੈ ਕਿ ਦੁਨੀਆ ਤੋਂ ਨਾਮ ਦਾ ਲਾਹਾ ਲੈ ਕੇ ਲੁੱਟ ਕੇ, ਜੋ ਕਬੀਰ ਮਹਾਰਾਜ ਜੀ ਕਹਿ ਰਹੇ ਆਪਣੇ ਸ਼ਬਦ ਦੇ ਵਿੱਚ, ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਆਰਾਮ ਨਾਮ ਹੈ ਲੁੱਟ। ਕਹਿੰਦੇ ਦੁਨੀਆ ਤੇ ਰਾਮ ਨਾਮ ਦੀ ਲੁੱਟ ਹੈ, ਕੋਈ ਤੈਨੂੰ ਰੋਕ ਨਹੀਂ ਸਕਦਾ, ਕੋਈ ਇਹਦਾ ਸੌਦਾ ਨਹੀਂਗਾ ਕਰਨਾ। ਸੌਦਾ ਸਿਰਫ ਤੈਨੂੰ ਸਵਾਸਾਂ ਦੀ ਜਿਹੜੀ ਪੂੰਜੀ ਮਿਲੀ ਹੈ ਉਹਦੇ ਸਿਮਰ ਆਪਣਾ ਗੁਰ ਆਪਣਾ, ਆਪਣੇ ਗੁਰੂ ਨੂੰ ਧਿਆ, ਪਰਮਾਤਮਾ ਦਾ ਨਾਮ ਜਪ। ਹਰ ਸਵਾਸਾਂ ਦੀ ਪੂੰਜੀ ਜਿਹੜੀ ਹੈ ਬੰਦੇ ਨੂੰ ਜਿਹਨਾਂ ਨੂੰ ਮਿਲੀ ਹੈ, ਉਹ ਇਸ ਸਵਾਸਾਂ ਦੀ ਪੂੰਜੀ ਦੇ ਨਾਲ ਜੇਕਰ ਉਸ ਦੇ ਨਾਮ ਦਾ ਲਾਹਾ ਲੈ ਗਏ ਉਹਨਾਂ ਦਾ ਜੀਵਨ ਸਫਲ ਹੋ ਜਾਣਾ। ਇਸੇ ਕਰਕੇ ਭਗਤੀ ਲਹਿਰ ਜਿਹੜੀ ਹੈ ਉਸਨੇ ਨਰਕ ਸਵਰਗ ਦੇ ਚੱਕਰਾਂ ਨੂੰ ਖਤਮ ਕਰ ਦਿੱਤਾ। ਕਬੀਰ ਨਰਕ स्वर्ग ते मैं रहो, सतगुर के प्रसाद चरण कमल की मौज में रहो दिन और रात। सो ਜੇ ਕਹਿੰਦੇ ਉਹਦੀ ਕਿਰਪਾ ਹੋ ਜਾਵੇ, ਮੈਂ ਤਾਂ ਉਹਦੇ ਚਰਨਾਂ ਦੇ ਵਿੱਚ ਰਹਿਣਾ ਚਾਹੁੰਦਾ। ਨਰਕ ਸਵਰਗ ਦਾ ਤਾਂ ਕੋਈ ਕੰਮ ਹੀ ਹੈ ਨਹੀਂ ਤਾਂ ਦੁਨੀਆ ਤੇ ਆਮ ਤੌਰ ਤੇ ਭਰਮ ਭੁਲੇਖੇ ਹੀ ਹੋਈ ਸੀ ਕਿ ਨਰਕ ਹੈ ਸਵਰਗ ਹੈ। ਇਹ ਭਗਤੀ ਲਹਿਰ ਨੇ ਦੂਰ ਕਰ ਦਿੱਤੇ, ਕਿਉਂਕਿ ਜਿੱਥੇ ਤੁਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰ ਦਿੱਤਾ, ਉੱਥੋਂ ਪਰਮਾਤਮਾ ਦਾ ਜਿਹੜਾ ਸਿਮਰਨ ਤੁਹਾਡਾ ਸ਼ੁਰੂ ਹੋ ਜਾਂਦਾ, ਉੱਥੋਂ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਪੰਚੋ ਤਖਤ ਪੈ ਜਹਾਂ ਤਹਾਂ, जहाँ तहाँ तिथि पाई, जा कारण मैं दौड़ियो फिरता है, सो अब कट मैं पाई। ਉਹੀ ਸਾਡੇ ਅੰਦਰ ਹੀ ਹੈ, ਅਸੀਂ ਅੰਦਰੋਂ ਖੋਜ ਕਰਨੀ ਹੈ। ਜਿਨ੍ਹਾਂ ਨੇ ਖੋਜ ਕੀਤੀ ਹੈ, ਜਿਨ੍ਹਾਂ ਨੇ ਇਸ ਰੂਹ ਦੇ ਨਾਲ ਉਸ ਪਰਮਾਤਮਾ ਦੀ ਖੋਜ ਕੀਤੀ ਹੈ, ਉਹਨਾਂ ਦੇ ਗੁਣਾਂ ਦੀ ਖੋਜ ਕੀਤੀ ਪਰਮਾਤਮਾ ਦੀ, ਕਿ ਪਰਮਾਤਮਾ ਦੇ ਗੁਣ ਕੀ ਹੈ। ਉਹ ਨਿਰਭਉ ਹੈ, ਨਿਰਵੈਰ ਹੈ, ਅਜੂਨੀ ਹੈ, ਕਿਸੇ ਤੋਂ ਡਰਦਾ ਨਹੀਂ ਹੈ, ਸਭ ਦਾ ਦਿਆਲੂ ਹੈ, ਵਿਸ਼ਾਲ ਹੈ, ਨਿਮਾਣਿਆਂ ਦਾ ਮਾਣ ਕਰਨ ਵਾਲਾ ਹੈ, ਨਤਾਣਿਆਂ ਨੂੰ ਤਾਣ ਦੇਣ ਵਾਲਾ, ਨਿਉਟਿਆਂ ਨੂੰ ਓਟ ਦੇਣ ਵਾਲਾ। ਉਸ ਪਰਮਾਤਮਾ ਦੀ ਸਿਫਤ ਸਲਾਹ ਜਿਹੜੀ ਹੈ ਉਹ ਸੰਤਾਂ ਨੇ ਇਸ ਕਰਕੇ ਕੀਤੀ ਹੈ ਕਿ ਸੰਤਾਂ ਨੂੰ ਗੁਣਾਂ ਦਾ ਪਤਾ ਲੱਗਾ ਕਿ ਉਸ ਦੇ ਵਿੱਚ ਗੁਣ ਕੀ ਹੈ। ਇਸੇ ਕਰਕੇ ਉਹਨਾਂ ਨੇ ਇਸ ਜੀਵਨ ਦੇ ਵਿੱਚ ਉਹਨੂੰ ਖੋਜਿਆ। ਇਸੇ ਕਰਕੇ ਬਾਣੀ ਦੇ ਵਿੱਚ ਭਗਤ ਪੀਪਾ ਜੀ, ਸਤਿਗੁਰ ਪੀਪਾ ਜੀ ਕਹਿ ਰਹੇ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਪੀਪਾ ਪ੍ਰਣ ਵੈ ਪਰਮ ਤਤ ਹੈ, ਸਤਿਗੁਰ ਲਿਓ ਲਿਖਾਵੇ। ਸੋ ਇਸ ਬਾਜੀ ਨੂੰ ਜਿੱਤ ਕੇ ਜੇਕਰ ਜਾਣਾ ਹੈ ਤਾਂ ਸਾਨੂੰ ਜਿਹੜਾ ਸਤਿਗੁਰ ਰਵਿਦਾਸ ਮਹਾਰਾਜ ਦੇ ਸ਼ਬਦ ਤੋਂ ਕਿ ਦੁਨੀਆ ਜਿਹੜੀ ਹੈ ਇਹਨੂੰ ਛੱਡ ਕੇ ਜਾਣਾ, ਇਹ ਦੁਨੀਆ ਜਿਹੜੀ ਅੰਧਕਾਰ ਦੀ ਖੂਹੀ ਹੈ ਇਹਦੇ ਵਿੱਚੋਂ ਨਿਕਲਣਾ ਹੈ। ਸੋ ਜੀਵ ਨੂੰ ਚਾਹੀਦਾ ਹੈ, ਸਾਨੂੰ ਜੋ ਸਮਝਾ ਰਿਹਾ ਹੈ ਗੁਰੂ ਮਹਾਰਾਜ ਦੀ ਇਸ ਸ਼ਬਦ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਫਲ ਕਰਨ ਲਈ ਅੱਗੇ ਵਧਣਾ ਚਾਹੀਦਾ ਹੈ, ਆਪਣੇ ਜੀਵਨ ਦਾ ਮਾਰਗ ਚੁਣਨਾ ਚਾਹੀਦਾ ਹੈ। ਕਿਉਂਕਿ ਜੀਵਨ ਦਾ ਮਾਰਗ ਜਿਹੜਾ ਸੱਚ ਤੇ ਖੜਾ ਹੈ, ਔਰ ਸੱਚ ਜਿਹੜਾ ਸਭ ਤੋਂ ਔਖਾ ਪੈਂਡਾ ਹੈ, ਉਸ ਪੈਂਡੇ ਨੂੰ ਅਖਤਿਆਰ ਕਰਨਾ ਹੀ ਸਾਡਾ ਧਰਮ ਹੈ। ਸੋ ਇਨਸਾਨੀਅਤ ਦਾ ਧਰਮ ਜਿਹੜਾ ਸਭ ਤੋਂ ਉੱਚਾ ਧਰਮ ਹੈ, ਇਸੇ ਨੂੰ ਹੀ ਧਰਮ ਜਿਹੜਾ ਕਿਹਾ ਜਾਂਦਾ, ਜਿਹੜਾ ਮਾਨਵਤਾ ਦੇ ਕੰਮ ਆਵੇ, ਮਨੁੱਖ ਦੇ ਭਲੇ ਲਈ ਕੰਮ ਆਵੇ, ਉਹੀ ਅਸਲੀ ਧਰਮ ਹੈ। ਸੋ ਆਓ ਗੁਰੂ ਮਹਾਰਾਜ ਦੇ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਜੀਵਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਰਦਾਸ ਕਰੀਏ ਕਿ ਪਰਮਾਤਮਾ ਕਿਰਪਾ ਕਰੇ, ਗੁਰੂ ਮਹਾਰਾਜ ਜੀ ਕਿਰਪਾ ਕਰਨ, ਤਾਂ ਕਿ ਇਸ ਜੀਵਨ ਦੀ ਬਾਜੀ ਨੂੰ ਜਿੱਤਣ ਲਈ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਾਮ ਜਪਣਾ ਬੜਾ ਔਖਾ ਹੈ। ਸੋ ਉਹਨਾਂ ਦੀ ਕਿਰਪਾ ਹੋਵੇਗੀ, ਉਹੀ ਸਾਡੀ ਇਸ ਮੱਤ ਨੂੰ ਸੁਮੱਤ ਦੇ ਵਿੱਚ ਬਦਲਣਗੇ। ਕਿਉਂਕਿ ਸਾਡੇ ਤਾਂ ਕੁਮੱਤ ਹੈ, ਕੁਮੱਤ ਨੂੰ ਸੁਮੱਤ ਦੇ ਵਿੱਚ ਬਦਲਣਾ ਉਹ ਗੁਰੂ ਮਹਾਰਾਜ ਦੀ ਕਿਰਪਾ ਹੈ। ਸੋ ਇਸ ਸ਼ਬਦ ਦੇ ਵਿੱਚ ਪੜ੍ਹਦਿਆਂ ਕਈ ਗਲਤੀਆਂ ਹੋਈਆਂ ਹੋਣਗੀਆਂ, ਉਚਾਰਨ ਦੇ ਵਿੱਚ, ਪੜ੍ਹਨ ਦੇ ਵਿੱਚ। ਸੋ
ਗੁਰੂ ਮਹਾਰਾਜ ਜੀ ਆਪ ਜਾਣੀ ਜਾਣਾ, ਗਲਤੀਆਂ ਬਖਸ਼ਣਹਾਰ ਹੈ, ਬੰਦਾ ਭੁੱਲਣਹਾਰ ਹੈ, ਸਤਿਗੁਰ ਬਖਸ਼ਣਹਾਰ ਹੈ। ਸੋ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਅਰਜ਼ੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਬਾਣੀ ਪੜ੍ਹਨ ਦਾ, ਉਚਾਰਨ ਦਾ ਅਤੇ ਇਸ ਬਾਣੀ ਨੂੰ ਸਮਝਣ ਦੀ ਮਤ ਬਖਸ਼ਣ। ਆਓ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜਦੇ ਹੋਏ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।